ਜੇ ਤੁਸੀਂ ਕਿਤੇ ਸਰਕਾਰੀ ਦਰਬਾਰੇ ਹੁੰਦੇ ਤੇ ਕੀ ਫੈਸਲਾ ਲੈਂਦੇ? मैं पहले तो मैं इस लाइन च ना आउंदा। हिंदू मुस्लिम सिख ईसाई आ गए दिल्ली सारे, निस तेरी हार यकीनी है नी सुन ले दिल्ली दी सरकार। हर बच्चा इत्थे भगत सिंह बन के आया, हर बच्चा इत्थे उधम सिंह बन के आया, हर बच्चा मदन लाल ढींगरा बन के आया, हर मेरी भैन विद्यावती बन के आई है। और कोई ये सोचता ही नहीं कि साड़ी हार होएगी, क्योंकि ये गुरु नानक साहब तो शांति लेके आए हैं ते गुरु गोबिंद सिंह महाराज तो इन्होंने खंडा खड़काउणा सीखिया। साडा देश जिउंदा ही तिन्नां गल्लां ते है, जवान किसान ते ये तां हिंदुस्तान है। सरकार दी जिहड़ी सोच है ना, वो रद्द नाम जिहड़ा रद्द नाम है, वो सरकार दी कंडी दे विच एक हड्डी बन जाएगा। हिंदू मुस्लिम सिख ईसाई आ गए ने सारे ਤੇ ਤੇਰੀ ਹਾਰ ਯਕੀਨੀ ਹੈ, ਗੱਲ ਸੁਣ ਦਿੱਲੀ ਦੀ ਸਰਕਾਰੇ। ਸਤਿ ਸ਼੍ਰੀ ਅਕਾਲ, ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ। ਕਿਸਾਨੀ ਮੰਚ ਦੇ ਨਾਲ, ਕਿਸਾਨੀ ਮੁੱਦੇ ਦੇ ਨਾਲ ਲਗਾਤਾਰ ਜੁੜੇ ਹੋਏ ਹਾਂ। ਜਿਹੜੇ ਸਾਡੇ ਪੁਰਾਣੇ ਕਲਾਕਾਰ ਹਨ, ਜਿਨ੍ਹਾਂ ਨੂੰ ਬਹੁਤ ਮੁਹੱਬਤ ਮਿਲੀ ਹੈ, ਉਹ ਵੀ ਇਸ ਮੰਚ ਤੇ ਆ ਰਹੇ ਨੇ, ਆਪਣੇ ਵਲਵਲੇ, ਆਪਣੇ ਜਜ਼ਬਾਤ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਰੱਖ ਰਹੇ ਹਨ। ਜੋ ਬੋਲ ਮੈਂ ਸ਼ੁਰੂ ਚ ਕਹੇ ਹਨ, ਉਹ ਹੁਣੇ ਮੈਨੂੰ ਸਰਦੂਲ ਸਿਕੰਦਰ ਹੁਣਾਂ ਨੇ ਸਿਖਾਏ ਹਨ ਤੇ ਇਸ ਵੇਲੇ ਮੇਰੇ ਨਾਲ ਹਨ। ਗੱਲਬਾਤ ਕਰਾਂਗੇ ਜੀ। ਸਰ ਸਤਿ ਸ਼੍ਰੀ ਅਕਾਲ। ਪਹਿਲਾਂ ਦੱਸੋ ਕਿਵੇਂ ਹੋ? ਕਿਉਂਕਿ ਨੂਰੀ जी नाल गल होई, कह रही सी तुहाडी सेहत थोड़ी जी नासाज रही है, सो हुण किवें है? मैं बिल्कुल ठीक है जी, क्योंकि जदों मैं एक्चुअली शूटिंग च ना बाइक फुट तो डिग पिया सीगा, जिहदे करके मेरा जिहड़ा नी ब्रेक हो गया सीगा। ते ਇਹ ਤਾਂ ਗੋਡਾ ਹੀ ਹੈ, ਵੇ ਕੀ ਹੋ ਗਿਆ। ਇਹੋ ਜਿਹੇ ਅੰਦੋਲਨ ਤਾਂ ਬੰਦਾ ਮਰਿਆ ਪਿਆ ਉੱਠ ਕੇ ਆ ਜਾਂਦਾ ਹੈ, ਮੋਇਆ ਉੱਠ ਕੇ ਆ ਸਕਦਾ ਬੰਦਾ, ਕਿਉਂਕਿ ਜਿੱਥੇ ਕਿਸਾਨ ਦੀ ਗੱਲ ਹੋਵੇ, ਜਿੱਥੇ ਜਵਾਨ ਦੀ ਗੱਲ ਹੋਵੇ, ਸਾਡਾ ਹਿੰਦੁਸਤਾਨ किसान जवान, ये तो तीजी जे कोई गल होएगी परेशान ही होएगी। वो साडा देश जिउंदा ही तिन्नां गल्लां ते है, जवान किसान ते ये तां हिंदुस्तान है। सो इसे ਲਈ ਅੱਜ ਆ ਕੇ ਇਸ ਮੋਰਚੇ ਦੇ ਨਾਲ ਜਿਹੜੇ ਪਹਿਲਾਂ ਵੀ ਜੁੜੇ ਰਹੇ ਹੋ ਤੇ ਅੱਜ ਵੀ ਆ ਕੇ ਆਪਣੀ ਸ਼ਮੂਲੀਅਤ ਜਿਹੜੀ ਹੈ ਉਹ ਤੁਸੀਂ ਕੀਤੀ ਹੈ। ਇਹ ਜਿਹੜਾ ਜਾਹੋ ਜਲਾਲ ਦੇਖਣ ਨੂੰ ਮਿਲ ਰਿਹਾ, ਕਹਿੰਦੇ ਸੀ ਇਹ ਸੰਘਰਸ਼ ਲੜਦੇ ਲੋਕ ਅਸੀਂ ਦੇਖਿਆ ਕਿ ਕਈ ਵਾਰ ਲਤਾੜੇ ਜਿਹੇ ਹੁੰਦੇ ਨੇ, ਮੁਰਝਾਏ ਜਿਹੇ ਹੁੰਦੇ ਨੇ, ਪਰ ਇੱਥੇ ਕੱਲਾ ਕੱਲਾ ਬਾਬਾ ਜਿਹੜਾ ਉਹ ਕਹਿੰਦਾ ਮੈਂ ਤਾਂ ਚੜ੍ਹਦੀ ਕਲਾ 'ਚ ਚਾਹੇ ਜੋ ਵੀ ਹੋ ਜਾਏ। ਇਹ ਜਜ਼ਬਾ ਕਿੱਥੋਂ ਆ ਰਿਹਾ? क्योंकि ये गुरु नानक साहब तो शांति लेके आए हैं ते गुरु गोबिंद सिंह महाराज तो इन्होंने खंडा खड़काउणा सीखिया। और मैं जवानों तो ज़्यादा बुजुर्गों के चेहरिਆਂ ते लाली वेख रहा, क्योंकि ये इतिहास का वो संघर्ष है, ये इतिहास का वो अंदोलन है जिहड़ा कि पंजाबी यूनीवर्सिटी ਦੇ ਵਿੱਚ PhD स्टूडेंट्स ਨੂੰ लगेगा, ये MPhil ਦੇ स्टूडेंट्स ਨੂੰ लगेगा, ये ਸਕੂਲਾਂ ਦੇ ਕਾਲਜਾਂ ਦੇ ਵਿੱਚ ਇਹ ਸਬਜੈਕਟ लगेगा कि दसो बच्चों ਜਿਹੜਾ ਅੰਦੋਲਨ ਹੋਇਆ ਸੀ 2020 ਦੇ ਵਿੱਚ ਉਹਦਾ ਕੀ ਮੁੱਦਾ ਸੀਗਾ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਹਦੇ ਚਸ਼ਮਦੀਦ ਗਵਾਹ ਹਾਂ। और हर बच्चा जो इतने बुजुर्ग इतने आया वो हर चशमदीद गवाह है। हर बच्चा इतने भगत सिंह बन के आया, हर बच्चा इतने उधम सिंह बन के आया, हर बच्चा मदन लाल ढींगरा बन के आया, हर मेरी भैन विद्यावती बन के आई है। और कोई ये सोचता ही नहीं कि साड़ी हार होएगी, ਕਿਸੇ ਦੇ ਜ਼ਿਹਨ 'ਚ ਹੈ ਹੀ ਨਹੀਂ ਕਿ ਅਸੀਂ ਹਾਰ ਕੇ ਜਾਵਾਂਗੇ। ਜਿਵੇਂ ਮੈਂ ਕਿਹਾ ਵੀ ਇਹ ਸਾਡੀ ਜਿੱਤ ਯਕੀਨੀ ਹੈ, ਸੁਣ ਲੈ ਦਿੱਲੀ ਦੀ ਇਹ ਸਰਕਾਰ ਹੈ। ਕਹਿੰਦਾ ਨਹੀਂ ਗਾ ਕੇ ਜੀ ਮੈਂ ਬਿਲकुल। हिंदू मुस्लिम सिख ईसाई आ गए दिल्ली सारे, हिंदू मुस्लिम सिख ईसाई आ गए दिल्ली सारे, निस तेरी हार यकीनी है नी सुन ले दिल्ली दी सरकार। साडी जित यकीनी है नी सुन ले दिल्ली दी सरकार। ਸੋ ਇਸ ਦਰਦ ਨੂੰ ਤੁਸੀਂ ਮਹਿਸੂਸ ਕਰ ਰਹੇ ਹੋ। ਅਸੀਂ ਇੱਕ ਇਤਿਹਾਸਿਕ ਲੜਾਈ ਲੜ ਰਹੇ ਹਾਂ। ਜੇ ਤੁਸੀਂ ਕਿਤੇ ਸਰਕਾਰੀ ਦਰਬਾਰੇ ਹੁੰਦੇ ਤੇ ਕੀ ਫੈਸਲਾ ਲੈਂਦੇ? ਮੈਂ ਪਹਿਲਾਂ ਤਾਂ ਮੈਂ ਇਸ ਲਾਈਨ 'ਚ ਨਾ ਆਉਂਦਾ, ਕਿਉਂਕਿ ਇਹ ਲਾਈਨ ਹੀ ਐਸੀ ਹੈ। ਲੋਕ ਵੋਟਾਂ ਲੈ ਕੇ, ਸਪੋਰਟਾਂ ਲੈ ਕੇ, ਜਿਉਂ ਕੁਰਸੀ ਨਜ਼ਰ ਆਈ ਸਾਰਾ ਬੈਕਗਰਾਉਂਡ ਭੁੱਲ ਜਾਂਦੇ ਆ,
ਸਭ ਪਿਛਲੇ ਲੋਕਾਂ ਨੂੰ ਭੁੱਲ ਜਾਂਦੇ ਆ ਕਿ ਮੈਂ ਕਿੱਥੋਂ ਆਇਆ, ਮੇਰਾ ਪਿਛੋਕੜ ਕੀ ਹੈ, ਮੈਨੂੰ ਕਿਹਨੇ ਇੱਥੇ ਪਹੁੰਚਾਇਆ। ਇਹ ਚਾਰ ਜਿਹੜੀ ਪਾਵਿਆਂ ਵਾਲੀ ਕੁਰਸੀ ਹੈ ਦਿੱਤੀ ਕਿਹਨੇ ਹੈ, ਬਖਸ਼ੀ ਕਿਹਨੇ ਹੈ ਮੈਨੂੰ। ਇਹ ਜਦੋਂ ਉਹ ਸ਼ਖਸ ਜਿਹੜਾ ਆਪਣਾ ਪਿਛੋਕੜ ਭੁੱਲ ਜਾਵੇ ਨਾ, ਉਹਨੂੰ ਜਿਹੜਾ ਉਹਦਾ ਫਿਊਚਰ ਉਹ ਸ਼ੂਟ ਕਰ ਦਿੰਦਾ। ਅੱਜ ਜਿਵੇਂ ਅੱਜ ਸਰਕਾਰਾਂ ਦੇ ਫਿਊਚਰ ਸ਼ੂਟ ਹੋ ਰਹੇ ਨੇ ਨਾ, ਕਿਉਂਕਿ ਉਹ ਆਪਣਾ ਪਾਸਟ ਭੁੱਲ ਗਏ ਨਾ। ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹਨਾਂ ਲੋਕਾਂ ਦੇ ਸਿਰ ਤੋਂ ਅਸੀਂ ਜਿੱਤ ਕੇ ਆਏ ਹਾਂ, ਇਹਨਾਂ ਲੋਕਾਂ ਦੇ ਹੱਥੀਂ ਅਸੀਂ ਜਿੱਤ ਕੇ ਆਏ ਹਾਂ। ਇਹਨਾਂ ਲੋਕਾਂ ਨੇ ਲੱਡੂ ਵੰਡੇ ਨੇ ਮੇਰੇ ਜਿੱਤਣ ਤੇ, ਦਿਨ ਰਾਤ ਕੱਟੇ ਇਹਨਾਂ ਨੇ, ਕਾਰਾਂ ਦੇ ਵਿੱਚ ਰਾਤਾਂ ਕੱਟੀਆਂ, ਖੇਤਾਂ ਦੇ ਵਿੱਚ ਰਾਤਾਂ ਕੱਟੀਆਂ ਇਹਨਾਂ ਲੋਕਾਂ ਨੇ ਮੇਰੇ ਲਈ। ਅੱਜ ਮੈਂ ਇਹਨਾਂ ਲਈ ਕੀ ਕਰ ਰਿਹਾ ਜਦੋਂ ਇਸ ਕਰਕੇ ਮੈਂ ਉਸ ਜਗ੍ਹਾ ਤੇ ਹੁੰਦਾ ਜਿਸ ਦਿਨ ਮੈਂ ਇਹ ਗੱਲ ਦੀ ਹਵਾ ਸੁਣਦਾ, ਅੰਦੋਲਨ ਨਹੀਂ, ਮੈਂ ਇਹ ਗੱਲ ਦੀ ਹਵਾ ਸੁਣਦਾ ਕਿ ਕਿਸਾਨ ਦੁਖੀ ਹੋ ਗਏ ਮੇਰੇ ਇਸ ਫੈਸਲੇ ਤੋਂ, ਮੈਂ ਉਹ ਫੈਸਲਾ ਤਾਂ ਕੀ, ਉਹ ਕੁਰਸੀ ਛੱਡ ਕੇ ਆ ਜਾਂਦਾ। ਕੁਰਸੀਆਂ ਤਾਂ ਨੇ ਜੇ ਲੋਕ ਨੇ, ਮੈਂ ਰਾਜ ਕਿਹਦੇ ਤੇ ਕਰਨਾ, ਲੋਕਾਂ ਤੇ। ਜੇ ਲੋਕ ਹੀ ਦੁਖੀ ਨੇ, ਲਾਹਨਤ ਹੈ ਮੇਰੇ ਰਾਜ ਕਰਨ ਤੇ, ਲਾਹਨਤ ਹੈ ਮੇਰੇ ਸਟੇਟਸ ਤੇ, ਲਾਹਨਤ ਹੈ ਮੇਰੀ ਕੁਰਸੀ ਤੇ, ਜੇ ਮੈਂ ਲੋਕਾਂ ਦਾ ਦੁੱਖ ਦਰਦ ਨਹੀਂ ਪਹਿਚਾਣ ਸਕਿਆ। ਅਸੀਂ ਭੁੱਲ ਜਾਂਦੇ ਹਾਂ ਉਹਨਾਂ ਲੋਕਾਂ ਨੂੰ, ਅਸੀਂ ਭੁੱਲ ਜਾਂਦੇ ਹਾਂ ਆਪਣੇ ਉਹਨਾਂ ਚੀਜ਼ਾਂ ਨੂੰ ਕਿ ਮੇਰੇ ਤੋਂ ਪਹਿਲਾਂ ਜਿਹੜਾ ਇਸ ਕੁਰਸੀ ਤੇ ਬਿਰਾਜਮਾਨ ਸੀ ਅੱਜ ਉਹ ਕਿੱਥੇ ਹੈ। ਸਿਕੰਦਰ ਜੀ, ਉਹ 2.5 ਕਿਲੋ ਦੇ ਹੱਥ ਵਾਲੇ ਪੰਜਾਬ ਦੇ ਪੁੱਤਰ ਅਖਵਾ ਕੇ ਫਿਰ ਪੰਜਾਬ ਦੀ ਬਾਤ ਨਾ ਪੁੱਛਣ ਵਾਲੇ, ਸੋ ਅਸੀਂ ਵੀ ਸਰਕਾਰੀ ਦਰਬਾਰੀ ਦੀ ਗੱਲ ਕਰ ਰਹੇ ਹੈਗੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹ ਕਲਾਕਾਰਾਂ ਦੇ ਨਾ ਮੱਥੇ ਤੇ ਫਿਰ ਕਲੰਕ ਲੱਗ ਜਾਂਦਾ ਹੈਗਾ, ਵਿਸ਼ਵਾਸ ਨਹੀਂ ਕਰਦੇ ਲੋਕ, ਇੰਨੀ ਪਿਆਰ ਇੰਨੀ ਮੁਹੱਬਤ ਦਿੰਦੇ ਨੇ, ਫਿਰ ਜਦੋਂ ਮੈਦਾਨ ਛੱਡ ਕੇ ਭੱਜ ਜਾਂਦੇ ਨੇ ਤੇ ਸਾਰਿਆਂ ਨੂੰ ਸਵਾਲ ਪੁੱਛੇ ਜਾਂਦੇ ਨੇ, ਹੈ ਨਾ। ਮੈਨੂੰ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਬਹੁਤ ਪ੍ਰੈਸ਼ਰਾਈਜ਼ ਹੋਣਗੇ, ਇਹਨਾਂ ਨੂੰ ਉੱਤੋਂ ਆਸੇ-ਪਾਸਿਓਂ ਕਿਤੇ ਪ੍ਰੈਸ਼ਰ ਇਹਨਾਂ ਨੂੰ ਕੀਤਾ ਜਾਂਦਾ ਹੈ। ਆਪਣੇ ਰੁਤਬੇ ਨੂੰ ਦਾਅ ਤੇ ਕਿਉਂ ਲਾਇਆ? ਪਹਿਲਾਂ ਵੀ ਤਾਂ ਪ੍ਰੈਸ਼ਰ ਸੀ, ਉਦੋਂ ਸਮਝ ਤੇ ਆ ਰਿਹਾ ਸੀ, ਫਿਰ ਕੁੱਦੇ ਹੀ ਕਿਉਂ? ਮੈਂ ਇਹੀ ਚਾਹੁੰਦਾ ਕਿ ਜਦ ਤੁਸੀਂ ਕਿਸੇ ਚੀਜ਼ ਲਈ ਕੈਪੇਬਲ ਨਹੀਂ ਹੈਗੇ, ਜਦ ਤੁਸੀਂ ਕਿਸੇ ਚੀਜ਼ ਨੂੰ ਡਿਜ਼ਰਵ ਨਹੀਂ ਕਰਦੇ ਤਾਂ ਉਹ ਚੀਜ਼ ਨਹੀਂ ਕਰਨੀ ਚਾਹੀਦੀ। ਮੈਨੂੰ ਹਰ ਪਾਰਟੀ ਵੱਲੋਂ ਮੈਨੂੰ ਬਹੁਤ ਕਰੜੇ ਸੁਨੇਹੇ ਆਉਂਦੇ ਆ ਕਿ ਤੂੰ ਕਿਉਂ ਨਹੀਂ ਆਉਂਦਾ, ਔਰ ਤੈਨੂੰ ਸਟਾਮ ਤੇ ਲਿਖ ਕੇ ਦਿੰਦੇ ਆ ਕਿ ਤੈਨੂੰ ਮੰਤਰੀ ਤੋਂ ਪੱਕਾ ਹੈ, ਤੂੰ ਜਿੱਤਣਾ, ਤੂੰ ਜਿੱਤੇਗਾ ਵੀ ਜ਼ਰੂਰ, ਤੈਨੂੰ ਮੰਤਰੀ ਵੀ ਪੱਕਾ ਬਣਾਵਾਂਗੇ। ਮੈਂ ਕਿਹਾ ਜੀ ਇੱਕ ਗੱਲ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ ਕਿ ਤਪੋਂ ਰਾਜੋ ਨਰਕ। ਇੱਕ ਤਪ ਕਰਨ ਤੋਂ ਬਾਅਦ ਰਾਜ ਮਿਲਦਾ ਹੈ, ਰਾਜ ਕਰਨ ਤੋਂ ਬਾਅਦ ਨਰਕ ਮਿਲਦਾ ਹੈ, ਔਰ ਮੈਂ ਉਸ ਨਰਕ 'ਚ ਨਹੀਂ ਜਾਣਾ ਚਾਹੁੰਦਾ। ਜੇ ਮੈਂ ਜਨਤਾ ਦੀ, ਜੇ ਮੈਂ ਕਿਸੇ ਦੀ ਸੇਵਾ ਕਰਨੀ ਹੈ ਤਾਂ ਮੈਂ ਇਦਾਂ ਹੀ ਕਰ ਸਕਦਾ। ਔਰ ਹਰ ਮੰਤਰੀ ਦੀ ਇੱਕ ਕੰਸਟੀਚੁਐਂਸੀ ਹੁੰਦੀ ਹੈ, ਉਹ ਉਸ ਕੰਸਟੀਚੁਐਂਸੀ ਤੋਂ 1 ਇੰਚ ਬਾਹਰ ਜਾ ਕੇ ਗੱਲ ਨਹੀਂ ਕਰ ਸਕਦਾ ਕੋਈ। ਪਰ ਅਸੀਂ ਜਿਹੜੇ ਲੋਕ ਹੈ ਕਲਾਕਾਰ, ਇਹਨਾਂ ਦੀ ਪੂਰਾ ਵਰਲਡ ਇਹਨਾਂ ਦੀ ਕੰਸਟੀਚੁਐਂਸੀ ਹੁੰਦਾ ਹੈ। ਇਹ ਕਿਤੇ ਜਾ ਕੇ ਕੁਝ ਵੀ ਕਹਿ ਸਕਦੇ ਨੇ, ਕਿਤੇ ਜਾ ਕੇ ਕੁਝ ਵੀ ਬਦਲ ਸਕਦੇ ਨੇ, ਔਰ ਕਿਤੇ ਜਾ ਕੇ ਦੁਨੀਆ ਦਾ ਰੁਖ ਚੇਂਜ ਕਰ ਸਕਦੇ ਨੇ। ਸਾਨੂੰ ਕਿਸੇ ਕੰਸਟੀਚੁਐਂਸੀ ਦੀ ਜ਼ਰੂਰਤ ਨਹੀਂ ਹੈ। ਤੁਸੀਂ ਲੋਕ, ਇਹ ਲੋਕ ਸਾਨੂੰ ਇੰਨਾ ਪਿਆਰ ਕਰਦੇ ਹੈ। ਇੱਕ MP, ਇੱਕ MLA ਦੀ ਉਮਰ 5 ਸਾਲ ਦੀ ਹੁੰਦੀ ਹੈ ਤੇ ਸਾਨੂੰ ਤਾਂ ਉਹਨਾਂ ਨੇ 30 ਸਾਲ ਤੋਂ ਸਿਰ ਤੇ ਬਿਠਾਇਆ ਹੋਇਆ, ਸਾਨੂੰ 30 ਸਾਲ ਤੋਂ ਪ੍ਰਾਈਮ ਮਿਨਿਸਟਰ ਬਣਾਇਆ ਹੋਇਆ। ਅਸੀਂ ਉਹ ਪ੍ਰਾਈਮ ਮਿਨਿਸਟਰੀ ਛੱਡ ਕੇ ਅੱਜ ਝੂਠੀ ਸਰਕਾਰ ਦੀ ਇਹ ਕਿਉਂ ਅਸੀਂ ਫੜੀਏ? ਅਸੀਂ ਸੱਚੀ ਸਰਕਾਰ ਦੇ ਹਾਂ। ਸੱਚੀਆਂ ਸਰਕਾਰਾਂ ਨੇ ਸਾਨੂੰ ਤੁਹਾਡੇ ਵਰਗੇ ਲੋਕਾਂ ਦੀ ਮੁਹੱਬਤ ਦਿੱਤੀ ਹੋਈ ਹੈ, ਪਿਆਰ ਦਿੱਤਾ, ਰਸੂਖ ਦਿੱਤਾ, ਸਲੂਕ ਦਿੱਤਾ, ਤੇ ਅਸੀਂ ਉਹ ਛੱਡ ਕੇ ਅਸੀਂ ਇੱਕ ਪਾਰਟੀ ਦੇ ਨਹੀਂ ਹੋ ਸਕਦੇ। ਜਦੋਂ ਤੁਹਾਨੂੰ ਇੱਕ ਪਾਰਟੀ ਦੇ ਹੋਗੇ ਤਾਂ ਤੁਸੀਂ ਆਪੇ ਆਪਣਾ ਕੁਐਸਚਨ ਤੁਸੀਂ ਕਿਹਾ ਨਾ, ਉਹ ਕਿਉਂ ਨਹੀਂ ਆ ਰਹੇ ਇੱਧਰ, ਉਹ ਇੱਕ ਪਾਰਟੀ ਦੇ ਨੇ, ਇੱਕ ਪਾਸੇ ਦੇ ਹੋ ਗਏ। ਪਰ ਮੇਰਾ ਕਹਿਣਾ ਹੈ ਵੀ ਇਸ ਪਾਸੇ ਨੂੰ ਨਾ, ਕੋਈ ਪਾਰਟੀ ਹੈ ਕਿਸੇ ਦੇਸ਼ ਦੀ, ਉਹ ਡਿਫਰੈਂਟ ਥਿੰਗ, ਉਹ ਅਲੱਗ ਚੀਜ਼ ਹੈ। ਤੁਸੀਂ ਕਿਸੇ ਪਾਰਟੀ ਨਾਲ, ਕਿਸੇ ਜਾਤ ਨਾਲ, ਕਿਸੇ ਧਰਮ ਨਾਲ ਤੁਸੀਂ ਕੀ ਸੰਬੰਧ ਰੱਖਦੇ ਹੋ, ਇਹ ਸੈਕੰਡਰੀ ਚੀਜ਼ਾਂ ਨੇ। ਸਭ ਤੋਂ ਪਹਿਲਾਂ ਤੁਸੀਂ ਹਿੰਦੁਸਤਾਨੀ ਹੋ, ਸਭ ਤੋਂ ਪਹਿਲਾਂ ਤੁਸੀਂ ਇਨਸਾਨ ਹੋ। ਜਿੱਥੇ ਇਨਸਾਨੀਅਤ, ਅੱਜ ਸਮੁੱਚਾ ਇਨਸਾਨ, ਚਾਹੇ ਉਹ ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਅੱਜ ਖੜਾ ਨਾ ਇੱਥੇ ਆ ਕੇ, ਅੱਜ ਇੱਥੇ ਖਲੋਤੇ ਹੋਏ ਨਾ ਆ ਕੇ ਇੱਕ ਜੁੱਟ ਹੋ ਗਏ। ਕਿਉਂਕਿ ਜਿਹੜੇ ਇਨਸਾਨ ਨੇ, ਜਿਹੜੇ, ਮੈਂ ਕਹਿਣਾ ਨਹੀਂ ਚਾਹੁੰਦਾ ਉਹ ਵਰਡ, ਮੈਂ ਨਾ ਬਹੁਤ ਹਾਰਡ ਵਰਡ ਹੈ ਉਹ, ਮੈਂ ਕਿਸੇ ਨੂੰ ਨਹੀਂ ਕਹਿਣਾ ਚਾਹੁੰਦਾ। ਪਰਮਾਤਮਾ ਉਹਨਾਂ ਨੂੰ ਸਦਬੁੱਧੀ ਦੇਵੇ, ਪਰਮਾਤਮਾ ਉਹਨਾਂ ਨੂੰ ਹਿੰਮਤ ਦੇਵੇ ਸੱਚ ਬੋਲਣ ਦੀ, ਸੱਚ ਕਹਿਣ ਦੀ। ਇਹ ਪਾਰਟੀਆਂ ਤਾਂ 5 ਸਾਲ ਦੀਆਂ ਹੁੰਦੀਆਂ, ਬਾਅਦ 'ਚ ਰਹਿਣਾ ਕਿੱਥੇ ਹੈ? ਬਾਅਦ 'ਚ ਕਿਹਨਾਂ ਨਾਲ ਵਿਚਰਨਾ ਹੈ? ਇਹਨਾਂ ਲੋਕਾਂ ਨਾਲ। ਇਹਨਾਂ ਨਾਲ ਕਿਤੇ ਵੀ ਜਦੋਂ ਤੁਹਾਨੂੰ ਪਰਮਾਤਮਾ ਤਾਕਤ ਦੇਵੇ,
ਤੁਸੀਂ ਚੰਗੇ ਤੋਂ ਚੰਗੇ ਕੰਮ ਕਰੋ। ਜਦ ਤੁਹਾਨੂੰ ਰੱਬ ਕੁਰਸੀ ਦੇਵੇ ਤੁਸੀਂ ਚੰਗੇ ਤੋਂ ਚੰਗੇ ਕੰਮ ਕਰੋ, ਤਾਂ ਕਿ ਜਦੋਂ ਤੁਹਾਡੇ ਕੋਲ ਕੁਰਸੀ ਨਾ ਰਵੇ, ਤਾਕਤ ਤੁਹਾਡੇ ਕੋਲ ਨਾ ਰਵੇ, ਤਾਂ ਤੁਹਾਨੂੰ ਫਿਰ ਵੀ ਲੋਕ ਮੁਹੱਬਤ ਕਰਨ। ਉਹ ਕਹਿੰਦੇ ਨਾ, ਬਣਾਏਗੀ ਮੁਹੱਬਤ ਤੇ ਹਰਾਏਗੀ ਨਫ਼ਰਤ। ਸੋ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਹੋ ਗਈ ਹੈ, ਕਈਆਂ ਦਾ ਘਿਰਾਓ ਵੀ ਕੀਤਾ ਜਾ ਰਿਹਾ। ਤੁਹਾਡੇ ਬੜੇ ਜਿਗਰੀ ਦੋਸਤ ਵੀ ਰਹੇ ਨੇ, ਤੁਹਾਡੀ ਮਹਿਫਿਲ ਵੀ ਸਜਦੀ ਰਹੀ ਹੈ। ਹੰਸਰਾਜ ਹੰਸ ਹੋਣਾ ਨਾ, ਜਿਹੜੇ ਪੁਰਾਣੇ ਗਾਇਕਾਂ ਦਾ ਭਾਈਚਾਰਾ, ਬੜੀ ਹਮੇਸ਼ਾ ਗੱਲ ਹੁੰਦੀ ਸੀ ਕਿ ਬਹੁਤ ਭਾਈਚਾਰਾ ਦੇਖਣ ਨੂੰ ਮਿਲਦਾ ਸੀ, ਅਜੋਕਿਆਂ 'ਚ ਨਹੀਂ ਮਿਲਦਾ। ਇਸ ਕਿਸਾਨੀ ਅੰਦੋਲਨ ਨੇ ਅਜੋਕਿਆਂ 'ਚ ਵੀ ਲਿਆਤਾ। ਪਰ ਗੱਲ ਕਰਦੇ ਆ ਕਿ ਕਦੀ ਗੱਲਬਾਤ ਨਹੀਂ ਹੁੰਦੀ ਹੰਸਰਾਜ ਹੋਣਾ ਨਾਲ ਜਾਂ ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਹੋਣਾ ਦੇ ਨਾਲ, ਕਿ ਜਿਹੜੇ ਸਵਾਲੀਆ ਚਿੰਨ੍ਹ ਲੱਗੇ ਨੇ ਉਹਨਾਂ ਨੂੰ ਲੈ ਕੇ ਕਦੀ ਕੋਈ ਜਜ਼ਬਾਤ ਸਾਂਝੇ ਕੀਤੇ ਹੋਣ ਤੁਹਾਡੇ ਨਾਲ? ਦੇਖੋ, ਮੇਰਾ ਖਿਆਲ ਹੈ ਜਦੋਂ ਬੰਦਾ ਸਿਆਸਤ ਦੇ ਵਿੱਚ ਆ ਜਾਂਦਾ ਨਾ, ਫਿਰ ਉਹਨੂੰ ਬਹੁਤ ਚੌਗਿਰਦਾ ਦੇਖਣਾ ਪੈਂਦਾ, ਚੁਤਰਫਾ ਦੇਖਣਾ ਪੈਂਦਾ। ਸਭ ਤੋਂ ਪਹਿਲਾਂ ਉਹ ਆਪਣੀ ਪਾਰਟੀ ਨੂੰ ਪ੍ਰੈਫਰ ਕਰੇਗਾ, ਸਭ ਤੋਂ ਪਹਿਲਾਂ ਆਪਣੇ ਬੌਸ ਨੂੰ ਪ੍ਰੈਫਰ ਕਰੇਗਾ ਉਹ, ਤੇ ਉਹਨਾਂ ਦੀ ਨਜ਼ਰ ਦੇ ਵਿੱਚ ਦੇਖੋ, ਉਹਨਾਂ ਨੂੰ 30-35 ਸਾਲ 40 ਸਾਲ ਹੋ ਗਏ ਲੋਕਾਂ ਦੇ ਵਿੱਚ ਗੁਜ਼ਰਦਿਆਂ ਨੂੰ। ਕੋਈ ਬਹੁਤ ਵੱਡੀ ਮਜਬੂਰੀ ਹੋਏਗੀ ਉਹਨਾਂ ਦੀ, ਕੋਈ ਬਹੁਤ ਵੱਡੀ ਕੋਈ ਐਸੀ ਭਾਰ ਪਿਆ ਹੋਏਗਾ ਉਹਨਾਂ ਦੇ ਉੱਤੇ, ਜਿਹੜਾ ਉਹ ਸਭ ਕੁਝ ਦੇਖ ਕੇ ਵੀ ਇੱਧਰ ਉਹ ਮੂੰਹ ਨਹੀਂ ਕਰ ਰਹੇ। ਕੁਛ ਨਾ ਕੁਛ ਮਜਬੂਰੀ ਤਾਂ ਜ਼ਰੂਰੀ, ਕਿਉਂਕਿ ਕੁਛ ਨਾ ਕੁਛ ਮਜਬੂਰੀਆਂ ਰਹੀ ਹੋਗੀ, यूं ही कोई बेवफा नहीं होता। ਅੱਛਾ, ਪਰ ਯਾਰੀ ਦੇ ਵਿੱਚ ਤਾਂ ਮਜਬੂਰੀ ਸਾਂਝੀ ਕੀਤੀ ਜਾਂਦੀ। ਗੀਤਾਂ ਵਿੱਚ ਵੀ ਹਮੇਸ਼ਾ ਜ਼ਿਕਰ ਆਉਂਦਾ ਹੈ ਕਿ ਯਾਰੀ ਸਭ ਤੋਂ ਉੱਤੇ, ਚਾਹੇ ਰੱਬ ਨਾਲ ਚਾਹੇ ਕਿਸੇ ਨਾਲ ਵੀ ਹੋਵੇ। ਸੋ ਹੁਣ ਯਾਰੀ ਸਿਆਸਤ ਤੋਂ ਥੱਲੇ ਹੋ ਗਈ, ਕਦੀ ਸਲਾਹ ਵੀ ਨਹੀਂ ਲਈ? ਨਹੀਂ, ਮੈਂ ਉਹਨਾਂ ਨਾਲ ਜਾਂ ਕਿਸੇ ਵੀ, ਜਿਵੇਂ ਸਨੀ ਦਿਓਲ ਨੇ ਜਾਂ ਭਾਜੀ ਹੋਰੀ ਨੇ ਜਾਂ ਕੋਈ ਹੋਰ ਵੀ ਨੇ ਮੇਰੇ ਦੋਸਤ ਸਿਆਸਤ ਦੇ ਵਿੱਚ, ਤੁਸੀਂ ਸੱਚੀ ਪੁੱਛੋਗੇ ਮੈਂ ਉਹਨਾਂ ਨਾਲ ਗੱਲ ਹੀ ਨਹੀਂ ਕਰਦਾ ਇਸ ਵਿੱਚ। ਮੈਂ ਉਹਨਾਂ ਨਾਲ ਹੈਲੋ ਹਾਏ ਕਰਕੇ, ਸਤਿ ਸ਼੍ਰੀ ਅਕਾਲ ਆਦਾਬ ਕਰਕੇ, ਜਿਹੜੀ ਗੱਲ ਮੁੱਦੇ ਦੀ ਹੁੰਦੀ ਹੈ ਮੈਂ ਉਹ ਗੱਲ ਕਰਕੇ ਮੈਂ ਪਿੱਛੇ ਹੋ ਜਾਣਾ, ਕਿਉਂਕਿ ਜਿਹੜੇ ਖਿਆਲ ਨੇ ਉਹ ਸਕੇ ਭੈਣਾਂ ਭਰਾਵਾਂ ਦੇ ਵੀ ਨਹੀਂ ਮਿਲਦੇ ਹੁੰਦੇ ਕਈ ਵਾਰ, ਔਰ ਫਿਰ ਦੋਸਤ ਤਾਂ ਬਹੁਤ ਦੂਰ ਦੀ ਗੱਲ ਚਲੇ ਜਾਂਦੀ ਹੈ। ਪਰ ਮੈਨੂੰ ਇੰਨਾ ਪਤਾ ਵੀ ਜੇ ਉਹ ਅੱਜ ਦੂਰ ਨੇ, ਚਾਹੇ ਬੰਬੇ ਵਾਲੇ, ਦਿੱਲੀ ਵਾਲੇ, ਪੰਜਾਬ ਵਾਲੇ, ਤਾਂ ਕੁਛ ਨਾ ਕੁਛ ਮਜਬੂਰੀ ਹੋਏਗੀ ਉਹਨਾਂ ਦੀ। ਮੈਂ ਉਹਨਾਂ ਦੀ ਜ਼ਿਹਨੀਅਤ ਦੀ ਗੱਲ ਮੈਂ ਨਹੀਂ ਕਰ ਸਕਦਾ ਉਹਨਾਂ ਦੀ। ਅੱਛਾ, ਅੱਜ ਜਿਹੜੀ ਪੰਜਾਬੀਅਤ ਦੇਖਣ ਨੂੰ ਮਿਲ ਰਹੀ ਹੈ ਦਿੱਲੀ ਦੇ ਵਿੱਚ, ਇਹਨੇ ਮਨ ਨੂੰ ਕਿੰਨਾ ਕੁ ਹਲੂਣਿਆ? ਇਕਜੁੱਟਤਾ, ਕਈ ਰਾਜਾਂ ਦੇ ਕਿਸਾਨ ਅੱਜ ਇੱਥੇ ਆ ਰਹੇ ਨੇ ਤੇ ਇੱਕ ਹੀ ਝੰਡੇ ਦੇ ਥੱਲੇ ਇਕੱਠੇ ਹੋ ਰਹੇ ਨੇ। ਕਦੇ ਸੋਚਿਆ ਸੀ ਇਹ ਇੱਕ ਝੰਡਾ ਹੋਵੇਗਾ? ਤੇ ਅੱਜ ਦੇਖ ਕੇ ਕਿੰਜ ਲੱਗ ਰਿਹਾ? ਮੈਂ ਸੋਚਿਆ ਨਹੀਂ ਸੀਗਾ, ਪਰ ਜਿਹੜਾ ਪਰਵਰਦੀਗਾਰ ਨੇ ਨਾ, ਜਿਹੜੇ ਸੱਚੇ ਪਾਤਸ਼ਾਹ ਨੇ, ਜਿਹੜੇ ਉਹ ਰਾਮ ਰਹੀਮ ਅੱਲਾ ਭਗਵਾਨ ਜੋ ਵੀ ਨੇ, ਉਹ ਬਹੁਤ ਵੱਡੀ ਤਾਕਤ ਹੈ, ਉਹ ਸੁਪਰੀਮ ਤਾਕਤ ਹੈ। ਉਹਨਾਂ ਨੇ ਜਦੋਂ ਕੋਈ ਤਖਤਾ ਪਲਟਣਾ ਹੁੰਦਾ ਨਾ ਦੁਨੀਆ ਦਾ, ਉਹ ਸਾਰਿਆਂ ਨੂੰ ਫਿਰ ਇੱਕ ਕਰ ਦਿੰਦੇ ਹੁੰਦੇ ਨੇ। ਕਿਉਂਕਿ ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਘਰਸ਼ ਦੀ ਗੱਲ ਕਰੀਏ, ਉਹਦੇ ਵਿੱਚ ਮੁਸਲਮਾਨਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ। ਮੁਸਲਮਾਨਾਂ ਨਾਲ ਹੀ ਲੜਾਈ ਸੀ ਤੇ ਮੁਸਲਮਾਨਾਂ ਨੇ ਹੀ ਸਾਥ ਦਿੱਤਾ। ਹਰ ਮੁਆਸ਼ਰੇ 'ਚ, ਹਰ ਗਲੀ 'ਚ, ਹਰ ਮਹੱਲੇ 'ਚ, ਹਰ ਦੇਸ਼ 'ਚ, ਹਰ ਸ਼ਹਿਰ ਪਿੰਡ 'ਚ ਇਹੋ ਜਿਹੇ ਬੰਦੇ ਜ਼ਰੂਰ ਹੁੰਦੇ ਨੇ ਜਿਹੜੇ ਅਕਿਰਤ ਘਣ ਟਾਈਪ ਹੁੰਦੇ ਨੇ। ਔਰ ਮੈਂ ਚਾਹਾਂਗਾ ਮੇਰਾ ਸੰਦੇਸ਼ ਹਰ ਉਹ ਦੁਨੀਆ ਦੇ ਬੰਦੇ ਨੂੰ ਹੈ, ਹਰ ਹਿੰਦੁਸਤਾਨੀ ਨੂੰ ਹੈ, ਹਰ ਉਸ ਬੱਚੇ ਨੂੰ ਹੈ, ਜਿਵੇਂ ਮੈਂ ਪਹਿਲਾਂ ਮੀਡੀਆ ਦੇ ਵਿੱਚ ਗੱਲ ਕੀਤੀ, ਜੋ ਰੋਟੀ ਨਾਲ ਵਾਬਸਤਾ ਹੈ, ਜੋ ਪੇਟ ਨਾਲ ਵਾਬਸਤਾ ਹੈ। ਤੁਸੀਂ ਜੋ ਮਰਜ਼ੀ ਖਾ ਲਓ, ਪੀਜ਼ਾ ਖਾ ਲਓ, 버ਗਰ ਖਾ ਲਓ, ਜੋ ਮਰਜ਼ੀ ਖਾ ਲਓ, ਹਾਲਾਂਕਿ ਇਹ ਵੀ ਅੰਨ ਦੇ ਬਣਦੇ ਹੈ, ਪਰ ਰੋਟੀ ਤੋਂ ਬਿਨਾਂ ਤਸੱਲੀ ਨਹੀਂ ਹੁੰਦੀ। ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਦੱਸਦਾ ਕਿ ਮੈਂ ਅਸੀਂ ਕੈਨੇਡਾ ਦੇ PR ਹਾਂ, 6 ਮਹੀਨੇ ਉੱਥੇ ਰਹਿੰਦੇ, 6 ਮਹੀਨੇ ਇੱਥੇ ਰਹਿੰਦੇ ਹਾਂ। ਤੇ ਸਾਨੂੰ ਕਿਸੇ ਨੇ ਡਿਨਰ ਤੇ ਬੁਲਾ ਲਿਆ ਤੇ ਉਹਨੇ ਅੱਗੇ ਪੀਜ਼ਾ ਖਿਲਾਤਾ ਸਾਨੂੰ, ਅਸੀਂ ਖਾ ਲਿਆ ਤੇ ਬਾਕੀ ਗੱਲਾਂ ਮਾਰਨ ਲੱਗ ਗਏ, ਉਹ ਰੋਟੀ ਦੀ ਗੱਲ ਹੀ ਨਾ ਕਰਨ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਰੋਟੀ ਦਾ ਕੀ ਸੀਨ ਹੈ? ਉਹ ਕਹਿੰਦੇ ਜੀ ਆਪਾਂ ਪੀਜ਼ਾ ਖਾ ਲਿਆ। ਮੈਂ ਕਿਹਾ ਪੀਜ਼ੇ ਪੂਜੇ ਨਾਲ ਸਾਨੂੰ ਨਹੀਂ ਤਸੱਲੀ ਹੁੰਦੀ, ਅਸੀਂ ਚਾਹੇ ਇੱਕ ਫੁਲਕਾ ਖਾਈਏ, ਤਸੱਲੀ ਫੁਲਕੇ ਨਾਲ ਹੀ ਹੋਣੀ ਹੈ। ਸੋ ਇਸ ਕਰਕੇ ਜੋ ਬੰਦਾ ਇੱਕ ਫੁਲਕਾ ਖਾਂਦਾ ਹੈ ਨਾ, ਜੋ ਬੰਦਾ ਸਬਜ਼ੀ ਦਾਲ ਖਾਂਦਾ ਹੈ, ਅੱਜ ਜੋ ਕਿਸਾਨ ਦੇ ਨਾਲ ਨਾ ਖੜਿਆ ਤਾਂ ਉਹ ਗਦਾਰ ਹੀ ਹੈ, ਤਾਂ ਉਹ ਅਕਿਰਤ ਘਣ ਹੈ। ਉਹਦਾ ਦੁਨੀਆ ਤੇ ਜਿਹੋ ਜਿਹਾ ਰਿਹਾ, ਜਿਹੋ ਜਿਹਾ ਨਾ ਰਿਹਾ, ਜਿਹੜੇ ਅੱਜ ਤੋਂ ਬਾਅਦ ਉਹਨੇ ਸਵਾਸ ਲੈਣੇ ਨੇ, ਉਹ ਲਵੇ ਚਾਹੇ ਨਾ ਲਵੇ, ਉਹਦਾ ਕੋਈ ਫਾਇਦਾ ਨਹੀਂ ਹੈ। ਕਿਉਂ ਅੱਜ ਹਰ ਸ਼ਖਸ ਦੀ ਜ਼ਰੂਰਤ ਹੈ ਇੱਥੇ। ਜੇ ਮੈਂ ਨਾ ਆਉਂਦਾ ਤਾਂ ਕਿਹੜਾ ਘਾਟ ਪੈ ਜਾਣੀ ਸੀ ਇੱਥੇ? ਜੇ ਮੈਂ ਪੰਜਾਬ 'ਚ ਵੀ ਧਰਨਿਆਂ ਤੇ ਨਾ ਜਾਂਦਾ, ਕਿਹੜੀ ਘਾਟ ਪੈ ਜਾਣੀ ਸੀ? ਪਰ ਇੱਕ ਇਖਲਾਕੀ ਫਰਜ਼ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਜ਼ੁਲਮ ਕਰਦੇ ਨਹੀਂ, ਜੇ ਜ਼ੁਲਮ ਹੁੰਦਾ ਵੇਖ ਰਹੇ ਹੋ, ਤਾਂ ਵੀ ਤੁਸੀਂ ਉਨੇ ਹੀ ਭਾਗੀਦਾਰ ਹੋ ਜਿੰਨਾ ਜ਼ੁਲਮ ਕਰ ਰਿਹਾ ਬੰਦਾ।
ਤਾਂ ਵੀ ਤੁਸੀਂ ਉਹਦੇ ਨਾਲ ਹੀ ਹੋ ਜੇ ਤੁਸੀਂ ਜ਼ੁਲਮ ਦੇ ਖਿਲਾਫ ਨਹੀਂ ਖੜਦੇ। ਜਦੋਂ ਸਾਡੇ ਖੂਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੂਨ ਹੈ ਸਾਡਾ, ਅਸੀਂ 10 ਗੁਰੂਆਂ ਦੇ ਖੂਨ ਦੇ ਵਿੱਚੋਂ ਨਿਕਲੇ ਹਾਂ, ਤਾਂ ਇਹੋ ਜਿਹੇ ਸੰਘਰਸ਼ ਦੇ ਵਿੱਚ ਜਿੱਥੇ ਇੱਕ ਬੰਦਾ ਖੜਾ ਹੈ ਉੱਥੇ ਕਰੋੜ ਨੂੰ ਆ ਕੇ ਨਾਲ ਖੜ ਜਾਣਾ ਚਾਹੀਦਾ, ਕਿਉਂਕਿ ਕਿਸਾਨ ਇਕੱਲਾ ਆਪਣੇ ਲਈ ਥੋੜਾ ਲੜ ਰਿਹਾ, ਉਹ ਤਾਂ ਸਾਡੇ ਲਈ ਲੜ ਰਿਹਾ। ਇਹ ਤਾਂ ਇੱਕ मैं तो अकेला ही चला था जानवे मंजिल, लोग आते गए कारवां बनता गया। ਅਸੀਂ ਉਸ कारवां ਦੇ ਸਾਥੀ ਹਾਂ, ਉਸ कारवां ਦਾ ਰਸ਼ ਹਾਂ ਅਸੀਂ, ਜਿਹੜੇ ਤਖਤਾ ਪਲਟਾਉਣ ਦੇ ਵਿੱਚ ਤਖਤਾ ਪਲਟਾਉਣ ਦੀ ਸਮਰੱਥਾ ਰੱਖਦੇ ਹਾਂ। ਇਹ ਰਾਸ਼ੀ ਤਾਂ ਹੈ, ਇਹ ਭੀੜ ਹੀ ਤਾਂ ਹੈ ਜੋ ਜਿਤਾ ਵੀ ਦਿੰਦੀ ਹੈ ਤੇ ਹਰਾ ਵੀ ਦਿੰਦੀ ਹੈ। ਇਹ ਲੋਕਾਂ ਨੂੰ ਭੀੜ ਦੇ ਵਿੱਚ ਜਾ ਕੇ ਹੱਥ ਜੋੜ ਕੇ ਗਲ ਦੇ ਵਿੱਚ ਪੱਲਾ ਪਾ ਕੇ ਡੋਰ ਟੂ ਡੋਰ ਮਿੰਨਤਾਂ ਕਰਨ ਦਾ ਕੀ ਫਾਇਦਾ ਹੈ? ਉਹਨਾਂ ਨੂੰ ਪਤਾ ਇਸ ਭੀੜ ਨੇ ਜਿਤਾਉਣਾ ਸਾਨੂੰ, ਇਸ ਭੀੜ ਨੇ ਸਾਨੂੰ ਤਖਤ ਦਵਾਉਣਾ ਹੈ। ਜਿਹੜੀ ਤਖਤ ਦਵਾ ਸਕਦੀ ਹੈ ਉਹ ਧਰਤ ਵੀ ਦਵਾ ਸਕਦੀ ਹੈ, ਉਹ ਫਰਸ਼ ਵੀ ਦਵਾ ਸਕਦੀ ਹੈ। ਇਸ ਕਰਕੇ ਆਵਾਮ ਤੋਂ ਡਰਨਾ ਚਾਹੀਦਾ ਹੈ। ਮੇਰੀ ਸਰਕਾਰਾਂ ਨੂੰ ਬੇਨਤੀ ਹੈ ਕਿ ਮੈਂ ਕਿਸੇ ਨੂੰ ਪਰਸਨਲੀ ਟਾਰਗੇਟ ਨਹੀਂ ਕਰਦਾ, ਮੇਰਾ ਪਰਸਨਲ ਅਟੈਕ ਨਹੀਂ ਹੈ ਕਿਸੇ ਪ੍ਰਾਈਮ ਮਿਨਿਸਟਰ ਤੇ, ਕਿਸੇ ਕੌਮ ਤੇ, ਕਿਸੇ ਸਰਕਾਰ ਤੇ, ਪਰ ਜਿਹੜੀਆਂ ਸਰਕਾਰਾਂ ਨੇ ਕੌਮ ਨਾਲ ਟੱਕਰ ਲਈ ਉਹ ਕੁਰਸੀ ਤੋਂ ਨੀਚੇ ਆਏ। ਮੇਰੀ ਦਸਤਬਸਤਾ ਗੁਜ਼ਾਰਿਸ਼ ਹੈ ਕਿ ਕਿਸਾਨਾਂ ਦੀ ਗੱਲ ਸੁਣੋ, ਮਜ਼ਦੂਰਾਂ ਦੀ ਗੱਲ ਸੁਣੋ, ਇਹ ਜੋ ਵੀ ਮੰਗਦੇ ਆ ਇਹਨਾਂ ਨੂੰ ਦਿੱਤਾ ਜਾਵੇ। ਮਿਹਰਬਾਨੀ। ਇਸ ਸੰਘਰਸ਼ ਦਾ ਅਗਲਾ ਬੰਨਾ ਤੁਸੀਂ ਕੀ ਦੇਖ ਰਹੇ ਆ? ਕਿਉਂਕਿ ਹੁਣ ਤੱਕ ਸਰਕਾਰ ਨੇ ਜਿੰਨੇ ਵੀ ਕਾਨੂੰਨ ਲਏ ਵਾਪਸ ਨਹੀਂ ਲਏ, ਹਾਲਾਂਕਿ ਇਸ ਨੇ ਨੀਂਦਾਂ ਜ਼ਰੂਰ ਉਡਾ ਦਿੱਤੀਆਂ ਹੈਗੀਆਂ, ਪਰ ਫਿਰ ਵੀ ਕਹਿ ਰਹੇ ਕਿ ਰੱਦ ਸ਼ਬਦ ਨਾ ਸਰਕਾਰ ਦੀ ਅੜੀ ਬਣ ਗਿਆ ਹੈਗਾ, ਗੱਲ ਦੀ ਹੱਡੀ ਵੀ ਬਣ ਗਿਆ ਹੈਗਾ। ਸੋ ਕੀ ਤੁਸੀਂ ਆਪਣੀ ਜਿਹੜੀ ਹੈਗੀ ਆ ਸੋਚ ਤੋਂ ਕੀ ਦੇਖ ਰਹੇ ਹੋ? ਸਰਕਾਰ ਦੀ ਜਿਹੜੀ ਸੋਚ ਹੈ ਨਾ, ਉਹ ਰੱਦ ਨਾਮ, ਜਿਹੜਾ ਰੱਦ ਨਾਮ ਹੈ ਉਹ ਸਰਕਾਰ ਦੀ ਘੰਡੀ ਦੇ ਵਿੱਚ ਇੱਕ ਹੱਡੀ ਬਣ ਜਾਏਗਾ। ਉਹ ਹੁਣ ਸਰਕਾਰ ਕੀ ਕਰੇਗੀ? ਕਿਉਂਕਿ ਸਿਆਸਤੀ ਲੋਕ ਹੁੰਦੇ ਆ, ਇਹਨਾਂ ਨੇ ਕੋਈ ਹੋਰ ਚੀਜ਼ ਬਣਾਉਣਗੇ, ਉਹਦਾ ਨਾਮ ਕੁਝ ਹੋਰ ਰੱਖਣਗੇ, ਨਾਮ ਕੁਝ ਹੋਰ ਰੱਖਣਗੇ। ਉਹਨਾਂ ਨੂੰ ਪਤਾ ਹੈ ਕਿ ਜੇ ਇਹ ਪ੍ਰੋਟੈਸਟ ਇਹਨਾਂ ਦਾ ਜਿਹੜਾ ਖਤਮ ਹੋਣ ਵਾਲਾ ਤਾਂ ਹੈ ਨਹੀਂ। ਮੈਂ ਆਉਂਦਾ ਹੋਇਆ ਵੇਖ ਕੇ ਆਇਆ ਕਿ 4-4 ਸਾਲ ਦਾ ਸਮਾਨ ਟਰਾਲੀਆਂ 'ਚ ਲੈ ਕੇ ਆਏ ਨੇ ਲੋਕ, ਔਰ 4-4 ਸਾਲ ਦਾ ਰਾਸ਼ਨ ਲੈ ਕੇ 2024 ਤੱਕ ਦਾ ਰਾਸ਼ਨ ਲੈ ਕੇ ਬੈਠੇ ਹੋਏ ਨੇ। ਇਹ ਹਿਲਣ ਵਾਲੇ ਨਹੀਂ ਹੈਗੇ। ਇਸ ਕਰਕੇ ਇਹਦਾ ਰੂਪ ਚੇਂਜ ਕੀਤਾ ਜਾਏਗਾ, ਉਹ ਕਰਨਾ ਹੀ ਪਏਗਾ, ਔਰ ਕਰ ਦੇਵੇ ਤਾਂ ਚੰਗਾ ਹੈ। ਜੇ ਉਹ ਇਸ ਸੰਘਰਸ਼ ਨੂੰ ਸਮਝਦੇ ਨੇ ਮੋਦੀ, ਔਰ ਜੇ ਇਸ ਦਰਦ ਨੂੰ ਸਮਝਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਿ ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ। ਹਰ ਬਜ਼ੁਰਗ, ਹਰ ਬੱਚਾ, ਇੱਥੇ ਹਰ ਵਰਗ ਦਾ ਬੱਚਾ ਜਿਹੜਾ ਹੈ ਉਹ ਅੱਜ ਸੰਘਰਸ਼ ਲਈ ਇਸ ਗੱਲ ਤੇ ਤੁਲਿਆ ਹੋਇਆ ਹੈ। ਜੇ ਸ਼ਹੀਦੀ ਦੇਣ ਦਾ ਸਮਾਂ ਆਇਆ, ਪਹਿਲਾਂ ਮੈਂ ਜਾਵਾਂਗਾ, ਔਰ ਇਹ ਮੈਂ ਪ੍ਰੋਮਿਸ ਵੀ ਕਰਦਾ, ਜੇ ਮੇਰੀ ਲੋੜ ਪਈ ਸ਼ਹੀਦੀ ਪਾਉਣ ਤੇ ਪਹਿਲਾਂ ਮੈਨੂੰ ਬੁਲਾਇਓ, ਪਹਿਲਾਂ ਮੈਂ ਜਾਊਂਗਾ। ਕਿਉਂਕਿ ਇੱਥੇ ਉਹ ਯੋਧੇ ਬੈਠੇ ਨੇ, ਉਹ ਯੋਧੇ ਜਿਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਲੱਡ ਅੱਜ ਗੂੰਜ ਰਿਹਾ, ਅੱਜ ਖੌਲ ਰਿਹਾ ਕਿ ਸਾਡੀ ਜ਼ਮੀਨ, ਸਾਡੇ ਘਰ, ਸਾਨੂੰ ਪੁੱਛ ਕੇ ਇਹਨਾਂ ਨੂੰ ਸਾਰਾ ਕੁਝ ਕਰਨਾ ਪਏਗਾ। ਨਹੀਂ, ਇੱਦਾਂ ਨਹੀਂ ਹੋ ਸਕਦਾ, ਇੰਨਾ ਜ਼ੁਲਮ ਕੋਈ ਨਹੀਂ ਸਹਿ ਸਕਦਾ। ਤੇ ਇਸ ਕਰਕੇ ਮੇਰੀ ਅੰਬਾਨੀਆਂ ਅੰਡਾਨੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਸਮਝ ਜਾਣ, ਕਿਉਂਕਿ ਕਫਨ ਨੂੰ ਜੇਬ ਨਹੀਂ ਲੱਗੀ ਹੁੰਦੀ, ਕਫਨ ਨੂੰ ਕਦੇ ਜੇਬ ਨਹੀਂ ਲੱਗਦੀ। ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇੱਕ ਦਿਨ ਰਾਵਣ ਗਿਆ, ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਉਹ ਰਾਵਣ ਵਰਗੇ ਨਹੀਂ ਰਹੇ ਜਿਨ੍ਹਾਂ ਨੇ ਕਾਲ ਪਾਵੇ ਨਾ ਬੰਨਿਆ ਸੀ। ਇਹਨਾਂ ਨੇ ਕਿੱਥੇ ਰਹਿਣਾ? ਜਿਹੜੇ ਇੱਕ ਰੋਟੀ ਤੇ 12 ਗੋਲੀਆਂ ਖਾਂਦੇ ਰਾਤ ਨੂੰ, ਹੈ ਨਾ, ਬਿਮਾਰੀਆਂ ਹੀ ਇੰਨੀਆਂ ਨੇ। ਇਸ ਕਰਕੇ ਆਵਾਮ ਦਾ ਭਲਾ ਕਰਨਾ ਚਾਹੀਦਾ, ਆਵਾਮ ਨੂੰ ਖੁਸ਼ ਰੱਖਣਾ ਚਾਹੀਦਾ। ਜਿਹਦੇ ਨਾਲ ਆਵਾਮ ਹੈ ਉਹਦੇ ਨਾਲ ਰੱਬ ਹੈ। ਇਹ ਸੰਗਤ ਜਿਹੜੀ ਹੈ, ਇਹ ਸੰਗਤ ਦੀ ਆਵਾਜ਼ ਹੈ। ਜਿੱਥੇ ਸੰਗਤ, ਜੋ ਗੱਲ ਸੰਗਤ ਨੇ ਕਹਿ ਦਿੱਤੀ ਉਸ ਗੱਲ ਸੱਚੀ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਆਪ ਨੂੰ 20 ਵਿਸਵੇ ਕਿਹਾ, ਸੰਗਤ ਨੂੰ 21 ਵਿਸਵੇ ਕਿਹਾ। 21 ਸੰਗਤ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ। ਔਰ ਇਹ ਸੰਗਤ ਜਿਹੜੀ ਹੈ 50 ਲੱਖ ਦੇ ਕਰੀਬ ਲੋਕ ਇੱਥੇ ਬੈਠੇ ਨੇ, ਇੰਨੀ ਕੁਆਂਟੀਟੀ ਦੇ ਵਿੱਚ ਬੈਠੇ ਨੇ। ਇੱਕ ਬੱਚਾ ਇੱਕ ਲਫ਼ਜ਼ ਦੁਆ ਦੀ ਕਰੇ ਤਾਂ ਪ੍ਰਮਾਤਮਾ ਨੂੰ ਵੀ ਨੀਚੇ ਆਉਣਾ ਪੈ ਸਕਦਾ ਹੈ। ਤਾਂ ਇਸ ਕਰਕੇ ਸਰਕਾਰਾਂ ਤੋਂ ਛੋਟੀ ਗੱਲ ਹੈ। ਥੈਂਕ ਯੂ। ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਸੋ ਇਸ ਵੇਲੇ ਸਾਡੇ ਨਾਲ ਸਨ ਸਰਦੂਲ ਸਿਕੰਦਰ ਜੀ। ਸੋ ਜਿਵੇਂ ਉਹਨਾਂ ਨੇ ਦੱਸਿਆ ਕਿ ਤਖਤੇ ਜਿਹੜੇ ਨੇ ਉਹ ਲੋਕ ਤਾਕਤ, ਲੋਕ ਲਹਿਰਾਂ ਅਕਸਰ ਹੀ ਪਲਟ ਦਿੰਦੀਆਂ ਨੇ। ਸੋ ਇਹ ਜਿਹੜਾ ਤਖਤਾ ਆ ਸਰਕਾਰ ਦਾ, ਇਹ ਵੀ ਇੱਕ ਦਿਨ ਪਲਟਿਆ ਜਾਏਗਾ। ਚੰਗੀ ਗੱਲ ਹੈ ਕਿ ਸਰਕਾਰ ਜਿਹੜੀ ਹੈ ਉਹ ਚੰਗੇ ਰਾਹ ਅਖਤਿਆਰ ਕਰ ਲਵੇ, ਲੋਕ ਹਿੱਤਾਂ ਦੀ ਗੱਲ ਕਰ ਲਵੇ। ਸੋ ਸਰਦੂਲ ਸਿਕੰਦਰ ਜੀ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਲੈ ਕੇ ਆਏ ਸੀਗੇ, ਉਹਨਾਂ ਦੇ ਵਿਚਾਰ ਤੁਹਾਡੇ ਨਾਲ ਰੱਖੇ। ਇਸੇ ਤਰ੍ਹਾਂ ਰੱਖਦੇ ਰਹਾਂਗੇ। ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ। ਫਿਲਹਾਲ ਮੈਨੂੰ ਅਰਪਨ ਕੌਰ, ਸਹਿਯੋਗੀ ਕੈਮਰਾਮੈਨ ਕਰਨ ਬਸਰਾ ਦੇ ਨਾਲ ਦਿਓ ਆਗਿਆ। ਧੰਨਵਾਦ।